ਸਾਰੇ ਦੋਸਤੋ ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਲੈ ਕੇ ਆਏ ਜੀ ਕਰੰਟ ਅਫੇਅਰ ਹੈਗੇ ਆਪਣੇ 13 ਮਾਰਚ ਤੋਂ ਲੈ ਕੇ 15 ਮਾਰਚ ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ 12 ਤਰੀਕ ਤੱਕ ਦੇ ਕਰੰਟ ਅਫੇਅਰ ਕਰ ਚੁੱਕੇ ਹਾਂ। ਠੀਕ ਹੈ ਜੀ, ਕੋਈ ਬਾਹਲੇ ਕਰੰਟ ਅਫੇਅਰ ਨਹੀਂ, 150 ਕਰੰਟ ਅਫੇਅਰ ਬਣਨਾ 1 ਮਹੀਨੇ ਦਾ। ਅਤੇ ਬਾਹਲੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਆਪਾਂ। ਡਿਟੇਲ ਦੇ ਵਿੱਚ ਤਾਂ ਨਹੀਂ ਜਾਵਾਂਗੇ ਕਿਉਂਕਿ ਪ੍ਰਸ਼ਨ ਆਪਣਾ ਪੇਪਰ ਕੀ ਹੋਇਆ 6 ਮਹੀਨੇ ਹੋਣਾ 5 ਮਹੀਨੇ ਨੂੰ ਹੋਣਾ। ਠੀਕ ਹੈ, ਤਾਂ ਕਰਕੇ ਆਪਾਂ ਆਰਾਮਦਾਰੀ ਨਾਲ ਕਰਾਂਗੇ ਸਿਲੇਬਸ, ਕੋਈ ਜ਼ਿਆਦਾ ਹਿੱਲੜਬਾਜੀ ਨਹੀਂ ਕਰਨੀ ਆਪਾਂ, ਕਿਉਂਕਿ ਜਿੰਨਾ ਵੀ ਕਰਨਾ ਆਪਾਂ ਉਨਾ ਸਹੀ ਢੰਗ ਨਾਲ ਕਰਨਾ ਹੈ। ਜਿੰਨਾ ਕਰਨਾ ਹੈ ਉਨਾ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ। ਠੀਕ ਹੈ ਜੀ, ਇੱਕ ਦੋ ਗੱਲਾਂ ਬਸ ਇਹੀ ਗੱਲ ਕਰਨੀਆਂ ਹੁੰਦੀਆਂ। ਅਤੇ ਬਾਕੀ ਜਿਹੜੇ ਕੈਂਡੀਡੇਟਾਂ ਨੇ ਭਾਈ ਬੈਚ ਲੈਣੇ ਆ ਆਪਣੇ, ਠੀਕ ਹੈ, ਤਾਂ ਆਪਣਾ ਦੀਪ ਭੁੱਲਰ ਐਜੂਕੇਸ਼ਨ ਅਰਾ, ਇਹ ਆਪਣੀ ਐਪ ਹੈ ਬੱਚਿਓ, ਪਲੇ ਸਟੋਰ ਤੋਂ ਡਾਊਨਲੋਡ ਕਰ ਲਿਓ ਅਤੇ ਉੱਥੋਂ ਵੀ ਤੁਸੀਂ ਆਪਣਾ ਬੈਚ ਪਰਚੇਜ ਕਰ ਸਕਦੇ ਹੋ। ਉੱਥੇ FCI ਦਾ ਅਤੇ ਪੰਜਾਬ ਪੁਲਿਸ ਦਾ ਬੈਚ ਭਾਈ ਪਿਆ। ਠੀਕ ਹੈ ਜੀ, ਅਤੇ ਜਲਦੀ ਹੀ ਆਪਾਂ ਨਵੇਂ ਬੈਚ ਹੋਰ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਦੋ ਚੀਜ਼ਾਂ ਇਹ, ਅਤੇ ਬਾਕੀ ਜਿਹੜੇ ਬੱਚੇ ਕੋਲ ਆਈਫੋਨ ਉਹਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੀ ਹੈ, ਜਿਹਦੇ ਵਿੱਚ ORG ਕੋਡ ਮੰਗਿਆ ਜਾਊਗਾ। ORG ਕੋਡ ਫਿਲ ਕਰਨਾ XX RAM। ਜੋ ਵੀ ਕੈਂਡੀਡੇਟ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਚਾਹੁੰਦਾ ਉਹਦੇ ਆਪਣੀ ਆਈਡੀ ਹੈਗੀ ਆ ਭੁੱਲਰ 3518। ਠੀਕ ਹੈ ਜੀ, ਹੁਣ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ। ਕਹਿੰਦੇ ਰੀਸੈਂਟਲੀ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਸੁਸ਼ਮਾ ਸਵਰਾਜ ਅਵਾਰਡ ਫॉर ਵੂਮੈਨ। ਠੀਕ ਹੈ ਜੀ, ਕਹਿੰਦੇ ਕਿਸ ਰਾਜ ਸਰਕਾਰ ਨੇ ਮਹਿਲਾਵਾਂ ਦੇ ਲਈ ਸੁਸ਼ਮਾ ਸਵਰਾਜ ਪੁਰਸਕਾਰ ਕੀ ਕੀਤਾ, ਸ਼ੁਰੂ ਕੀਤਾ ਹੈਗਾ। ਠੀਕ ਹੈ ਜੀ, ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਹੈਗਾ ਅਤੇ ਇਹਦਾ ਸਹੀ ਆਨਸਰ ਹੈਗਾ ਬੱਚਿਓ ਹਰਿਆਣਾ। ਠੀਕ ਹੈ ਜੀ, ਹਰਿਆਣਾ। ਆਪਸ਼ਨ ਦੇ ਵਿੱਚ ਗਲਤ ਦਿੱਤਾ ਹੋਇਆ, ਹਰਿਆਣੀ ਕਰਨਾ, ਕਿਉਂਕਿ PDF ਦੇ ਵਿੱਚ ਤੁਹਾਨੂੰ ਮੈਂ ਸਹੀ ਕਰਕੇ ਦੇ ਦੂੰਗਾ ਬਿਲਕੁਲ ਇਹ। ਓਕੇ, ਤਾਂ ਇਹ ਚੀਜ਼ ਹੈ। ਇਸ ਤੋਂ ਬਾਅਦ ਜਿਹੜਾ ਆਪਣਾ ਬੱਚਿਓ ਅਗਲਾ ਪ੍ਰਸ਼ਨ ਹੈਗਾ, ਠੀਕ ਹੈ, ਉਹਦੇ ਚੱਲਦੇ ਹੁਣ ਆਪਾਂ। ਅਗਲੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਆਪਾਂ ਤੋਂ, ਕਹਿੰਦੇ ਰੀਸੈਂਟਲੀ ਕੈਟਾਲਿਨ ਨੋਵਾਕ ਇਹਨਾਂ ਨੂੰ ਹੈਜ਼ ਬੀਨ ਇਲੈਕਟਡ ਕੀਤਾ ਗਿਆ ਹੁਣੀ। ਠੀਕ ਹੈ ਜੀ, ਇਲੈਕਟਡ ਕਰਕੇ ਕੀ ਕੀਤਾ ਗਿਆ, ਇਹਨੂੰ ਫਸਟ ਵੂਮੈਨ ਬਣਾਤਾ। ਫਸਟ ਵੂਮੈਨ ਪ੍ਰੈਜ਼ੀਡੈਂਟ ਬਣੀ ਹੈ। ਇਹ ਕਿਹੜੀ ਕੰਟਰੀ ਦੀ ਬਣੀ ਹੈ, ਵਿੱਚ ਕੰਟਰੀ ਕੌਣ, ਕੈਟਾਲਿਨ ਨੋਵਾਕ। ਇਹ ਕਿਹੜੇ ਦੇਸ਼ ਦੀ ਬਣੀ ਹੈ ਬੱਚੋ, ਇਹ ਦੱਸਣਾ ਆਪਾਂ। ਠੀਕ ਹੈ ਜੀ, ਤਾਂ ਇਹ ਬੱਚੋ ਬਣੀ ਹੈ ਆਪਣੀ ਹੰਗਰੀ ਦੀ। B ਨੰਬਰ ਆਪਸ਼ਨ, ਹੰਗਰੀ ਦੀ ਬਣੀ ਹੈ ਇਹ ਮਹਿਲਾ ਰਾਸ਼ਟਰਪਤੀ। ਇਸ ਤੋਂ ਬਾਅਦ ਆ ਗਏ ਆਪਾਂ ਅਗਲੇ ਦੇ ਬੱਚਿਓ, ਉਹਦੇ ਆਪਸ਼ਨ ਸਹੀ ਹੈ ਤੇ ਤਾਂ ਠੀਕ ਹੈ। ਇਸ ਤੋਂ ਬਾਅਦ ਅਗਲੇ 'ਤੇ ਆ ਗਏ ਆਪਾਂ। ਰੀਸੈਂਟਲੀ ਵਿੱਚ ਸਿਟੀ ਇੰਡੀਆ, ਕਹਿੰਦੇ ਰੀਸੈਂਟਲੀ ਆਪਣੀ ਇੰਡੀਆ ਦੀ ਕਿਹੜੀ ਸਿਟੀ ਹੈ ਜਿਹੜੀ ਫਸਟ ਫੁੱਲੀ ਓਪਨਡ ਬਾਏ ਵੂਮੈਨ ਇੰਡਸਟਰੀਅਲ ਪਾਰਕ, ਜਿਹਦੇ ਵਿੱਚ ਪਹਿਲਾ ਆਪਣਾ ਫੁੱਲ ਰੂਪ ਦੇ ਵਿੱਚ ਔਰਤਾਂ ਵਾਸਤੇ ਇੱਕ ਇੰਡਸਟਰੀਅਲ ਪਾਰਕ ਬਣਿਆ ਗਾ, ਅਤੇ ਉਹ ਪਾਰਕ ਓਪਨ ਹੋ ਚੁੱਕਿਆ। ਇੰਡੀਆ ਦਾ ਪਹਿਲਾ ਫਸਟ ਫੁੱਲੀ ਓਪਨਡ ਬਾਏ ਵੂਮੈਨ ਇੰਡਸਟਰੀਅਲ ਪਾਰਕ ਹੈ। ਇਹ ਕਿਹੜੇ ਸ਼ਹਿਰ ਦੇ ਵਿੱਚ ਖੋਲ੍ਹਿਆ ਗਿਆ ਬੱਚਿਓ। ਠੀਕ ਹੈ ਜੀ, ਇਹਦੇ ਬਾਰੇ ਪ੍ਰਸ਼ਨ ਕੀਤਾ ਗਿਆ ਤਾਂ ਇਹ ਖੋਲ੍ਹਿਆ ਗਿਆ ਬੱਚਿਓ ਆਪਣੇ ਹੈਦਰਾਬਾਦ ਦੇ ਵਿੱਚ। B ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਇੱਥੇ ਆਪਸ਼ਨ D ਲਿਖਿਆ ਹੋਇਆ ਗਲਤ ਹੈ, ਇਹ ਹੈਦਰਾਬਾਦ ਦਾ ਸਹੀ ਆਨਸਰ ਆਊਗਾ। ਇਹ ਤੁਹਾਨੂੰ ਸੈੱਟ ਕਰਕੇ ਦੇ ਦੂੰਗਾ। ਠੀਕ ਹੈ, ਅਤੇ ਇਸ ਤੋਂ ਬਾਅਦ ਆ ਗਿਆ ਆਪਣਾ 4 ਨੰਬਰ 'ਤੇ। ਰੀਸੈਂਟਲੀ ਔਨ ਵਿੱਚ ਡੇਟ ਇੰਟਰਨੈਸ਼ਨਲ ਡੇ ਆਫ ਵੂਮੈਨ ਜੱਜ ਹੈਜ਼ ਬੀਨ ਓਬਜ਼ਰਵ, ਕਹਿੰਦੇ ਕਿਸ ਦਿਨ ਮਹਿਲਾ ਨਿਆਧੀਸ਼ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਜਿਹੜੀਆਂ ਔਰਤਾਂ ਜੱਜ ਬਣੀਆਂ ਹੋਈਆਂ ਗਈਆਂ, ਠੀਕ ਹੈ, ਜੱਜ ਦੀ ਸੀਟ 'ਤੇ ਬੈਠੀਆਂ ਔਰਤਾਂ ਬਹੁਤ ਸਾਰੀਆਂ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੰਟਰਨੈਸ਼ਨਲ ਡੇ ਆਫ ਵੂਮੈਨ ਜੱਜ ਮਨਾਇਆ ਗਿਆ ਹੈਗਾ। ਇਹ ਕਿਹੜੇ ਦਿਨ ਮਨਾਇਆ ਗਿਆ ਬੱਚਿਓ, ਤਾਂ ਇਹ ਮਨਾਇਆ ਗਿਆ ਆਪਣਾ 10 ਮਾਰਚ ਨੂੰ। ਵੈਰੀ 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 ਇੰਪੋਰਟੈਂਟ ਹੈ ਇਹ ਕਰੰਟ ਅਫੇਅਰ ਤਾਂ ਤੁਸੀਂ ਭੁੱਲ ਕੇ ਵੀ ਕੋਈ ਛੱਡਣ ਦੀ ਹਿੰਮਤ ਨਹੀਂ ਕਰਨੀ। ਠੀਕ ਹੈ ਜੀ, ਰੀਸੈਂਟਲੀ ਜਸਟਿਸ AK ਸਿਕਰੀ, ਕਹਿੰਦੇ ਹੁਣੇ ਜਿਹੜੇ ਜਸਟਿਸ AK ਸਿਕਰੀ ਹੈ ਹੈਜ਼ ਬੀਨ ਸਿਲੈਕਟਡ, ਇਹਨਾਂ ਨੂੰ ਸਿਲੈਕਟ ਕੀਤਾ ਗਿਆ ਐਜ਼ ਏ ਚੇਅਰਮੈਨ, ਇਹਨੂੰ ਚੇਅਰਮੈਨ ਸਿਲੈਕਟ ਕੀਤਾ ਗਿਆ ਆਫ ਹਾਈ ਪਾਵਰ ਕਮੇਟੀ ਦਾ ਇਹਨਾਂ ਨੂੰ ਚੇਅਰਪਰਸਨ ਕੀ ਕੀਤਾ ਗਿਆ, ਸਿਲੈਕਟ ਕੀਤਾ ਗਿਆ। ਕਿਹੜੇ ਪ੍ਰੋਜੈਕਟ ਲਈ ਕੀਤਾ ਗਿਆ ਹੈਗਾ, ਦੇਖੋ ਇੰਗਲਿਸ਼ 'ਚ ਪੜ੍ਹਿਆ ਕਰੋ, ਇੰਗਲਿਸ਼ ਦੇ ਵਿੱਚ ਤੁਹਾਨੂੰ ਪੜ੍ਹਨਾ ਵੀ ਆਜੂ ਨਾਲ ਦੇ ਨਾਲ। ਠੀਕ ਹੈ, ਜਸਟਿਸ KK ਸਿਕਰੀ ਨੂੰ ਕਿਸ ਪ੍ਰੋਜੈਕਟ ਲਈ ਹਾਈ ਪਾਵਰ ਕਮੇਟੀ ਨੇ ਮੁਖੀ ਚੁਣਿਆ ਹੈ, ਦੱਸੋ ਬੱਚੋ ਕਿਹੜੀ ਕਮੇਟੀ ਨੇ ਕਾਹਦੇ ਵਾਸਤੇ ਚੁਣਿਆ। ਇਹ ਚੁਣਿਆ ਇਹਨਾਂ ਨੂੰ ਚਰਦਹਮ ਪ੍ਰੋਜੈਕਟ। ਠੀਕ ਹੈ ਜੀ, ਇਹਦੇ ਵਾਸਤੇ ਚੁਣਿਆ ਗਿਆ ਹੈਗਾ। ਇਸ ਤੋਂ ਬਾਅਦ ਰੀਸੈਂਟਲੀ, ਠੀਕ ਹੈ ਜੀ, ਕਹਿੰਦੇ ਹੁਣੇ IMF ਦੀ ਫੁੱਲ ਫਾਰਮ ਹੈਗੀ ਆ ਬੱਚਿਓ ਇੰਟਰਨੈਸ਼ਨਲ ਮਨੇਰਿਟੀ ਫੰਡ। ਸਾਫ ਲਿਖਾਈ 'ਚ ਲਿਖ ਦਿੰਦੇ ਤਾਂ ਥੱਲੇ ਲਿਖੀ ਦਿੰਦੇ, ਥੱਲੇ ਲਿਖਿਆ ਪਿਆ ਹੋਊਗਾ। ਠੀਕ ਹੈ, ਰੀਸੈਂਟਲੀ IMF ਹੈਜ਼ ਅਪਰੂਵਡ, IMF ਨੇ ਕਹਿੰਦੇ
1.4 ਬਿਲੀਅਨ ਡਾਲਰ ਦਿੱਤੇ ਹੈ ਇਨ ਐਮਰਜੈਂਸੀ। ਐਮਰਜੈਂਸੀ ਮਤਲਬ ਕੰਡੀਸ਼ਨ, ਜਿਹਨੂੰ ਕਿਸੇ ਚੀਜ਼ ਦੀ ਐਮਰਜੈਂਸੀ ਕੰਡੀਸ਼ਨ ਹੋ ਜਾਂਦੀ ਹੈ, ਬਹੁਤ ਮਤਲਬ ਖਰਾਬ ਕੰਡੀਸ਼ਨ ਹੋ ਜਾਂਦੀ ਹੈ, ਸਪੋਰਟ ਵਾਸਤੇ ਫੋਰ ਵਿਚ ਕੰਟਰੀ। ਕਿਹਦੀ ਸਪੋਰਟ ਵਾਸਤੇ? IMF ਨੇ। ਕਿਹੜੇ ਦੇਸ਼ ਦੀ ਸਪੋਰਟ ਵਾਸਤੇ? IMF ਨੇ 1.4 ਬਿਲੀਅਨ ਡਾਲਰ ਦਿੱਤੇ ਹੈ। IMF ਨੇ ਕਿਸ ਦੇਸ਼ ਦੀ ਆਪਾਤਕਾਲੀਨ ਸਹਾਇਤਾ ਲਈ 1.4 ਅਰਬ ਡਾਲਰ ਦਿੱਤੇ ਹੈ। ਬੱਚੇ ਨੂੰ ਤੁਹਾਨੂੰ ਬਿਨਾਂ ਆਪਸ਼ਨ ਤੋਂ ਵੀ ਸਮਝ ਆਉਣਾ ਚਾਹੀਦਾ ਕਿ ਕਿੱਥੇ ਰੌਲਾ ਚੱਲ ਰਿਹਾ। ਯੂਕਰੇਨ ਦੇ ਵਿੱਚ ਯੁੱਧ ਲੱਗਿਆ ਹੋਇਆ, ਉਹਦੇ ਕਰਕੇ ਇਹ ਚੀਜ਼ ਹੋਈ ਹੈ। ਆਹ ਬੱਚਿਓ ਇਹਦੇ ਨਾਲ ਐਕਸਟਰਾ ਪੁਆਇੰਟ ਆ। ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਫੁੱਲ ਫਾਰਮ ਆ ਬੱਚਿਓ, ਠੀਕ ਹੈ। ਹੈੱਡਕੁਆਟਰ ਹੈਗਾ ਇਹਦਾ ਵਾਸ਼ਿੰਗਟਨ DC ਦੇ ਵਿੱਚ। ਇਸਟੈਬਲਿਸ਼ ਕਦੋਂ ਹੋਈ ਸੀ? 1945 ਦੇ ਵਿੱਚ, ਠੀਕ ਹੈ ਜੀ। IMF ਅਤੇ ਚੇਅਰਪਰਸਨ ਕੌਣ ਹੈ ਜੀ? ਕ੍ਰਿਸਟਾ ਜੋਰਜੀਆ। ਇੱਕ ਇਹਦਾ ਹੋਰ ਪ੍ਰਸ਼ਨ ਬਣਦਾ ਇੰਪੋਰਟੈਂਟ, ਉਹ ਆ ਲਿਖਿਆ ਹੋਇਆ ਗੀਤਾ ਗੋਪੀਨਾਥ। ਗੀਤਾ ਗੋਪੀਨਾਥ ਨੂੰ IMF ਇੰਟਰਨੈਸ਼ਨਲ ਮੋਨੇਟਰੀ ਫੰਡ ਦਾ ਬੱਚੋ ਡਿਪਟੀ ਮੈਨੇਜਿੰਗ ਡਾਇਰੈਕਟਰ ਲਗਾਇਆ ਗਿਆ ਹੈਗਾ। ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ। ਕਿਉਂ ਇਹ ਇੰਪੋਰਟੈਂਟ ਕਿਉਂ ਹੈ? ਕਿਉਂਕਿ ਇਹ ਆਪਣੇ ਇੰਡੀਆ ਰੀਜਨ ਦੀ ਔਰਤ ਹੈਗੀ, ਇੰਡੀਆ ਰੀਜਨ ਦੀ ਹੈ, ਤਾਂ ਕਰਕੇ ਇਹ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲੂਗਾ। ਰੀਸੈਂਟਲੀ ਹਾਊ ਮੈਨੀ ਇੰਡੀਅਨ ਏਅਰਪੋਰਟ, ਕਹਿੰਦੇ ਹੁਣੇ ਇੰਡੀਆ ਦੇ ਕਿੰਨੇ ਏਅਰਪੋਰਟ ਹੈ ਹੈਵ ਸਿਲੈਕਟਡ, ਜਿਨ੍ਹਾਂ ਨੂੰ ਸਿਲੈਕਟ ਕੀਤਾ ਗਿਆ ਕਿਹਦੇ ਵੱਲੋਂ? ਏਅਰ ਸਰਵਿਸ ਕੁਆਲਿਟੀ 2021 ਲਈ, ਠੀਕ ਹੈ। ਉਹਦੇ ਵਾਸਤੇ ਨੂੰ ਅਵਾਰਡ ਦਿੱਤਾ ਗਿਆ ਕਿਹਦੇ ਵੱਲੋਂ? ਏਅਰਪੋਰਟ ਕਾਉਂਸਲ ਇੰਟਰਨੈਸ਼ਨਲ ਵੱਲੋਂ। ਏਅਰਪੋਰਟ ਕਾਉਂਸਲ ਇੰਟਰਨੈਸ਼ਨਲ ਦੁਆਰਾ ਏਅਰਪੋਰਟ ਸਰਵਿਸ ਕੁਆਲਿਟੀ 2021 ਦੇ ਪੁਰਸਕਾਰ ਲਈ ਕਿੰਨੇ ਭਾਰਤੀ ਹਵਾਈ ਅੱਡਿਆਂ ਨੂੰ ਚੁਣਿਆ ਗਿਆ ਹੈਗਾ? ਇਹ ਚੁਣਿਆ ਗਿਆ ਬੱਚੋ 6 ਹਵਾਈ ਅੱਡਿਆਂ ਨੂੰ, ਠੀਕ ਹੈ ਜੀ। 6 ਹਵਾਈ ਅੱਡਿਆਂ ਨੂੰ ਚੁਣਿਆ ਗਿਆ ਹੈਗਾ। ਹੁਣ ਚੱਲਦੇ ਆਪਾਂ ਅਗਲੇ 'ਤੇ। ਰੀਸੈਂਟਲੀ, ਠੀਕ ਹੈ ਜੀ, ਰੀਸੈਂਟਲੀ ਹੂ ਆਥਰ ਬਾਇਓਗ੍ਰਾਫੀ, ਕਹਿੰਦੇ ਇਹਨਾਂ ਵਿੱਚੋਂ ਇਹ ਬੁੱਕ ਹੈ ਇੱਕ, ਠੀਕ ਹੈ। ਕਿਹੜੀ ਬੱਚੋ? ਸੋਲੀ ਸੌਰਵਜੀ, ਲਾਈਫ ਐਂਡ ਟਾਈਮਸ, ਠੀਕ ਹੈ। ਇਹ ਜਿਹੜੀ ਬੁੱਕ ਹੈ ਇਹਦੇ ਵਿੱਚ ਜੀਵਨੀ, ਕਿਸ ਦੀ ਜੀਵਨੀ ਲਿਖੀ ਹੋਈ ਹੈ, ਠੀਕ ਹੈ। ਕਿਹੜੇ ਲੇਖਕ ਦੀ ਇਹਦੇ ਵਿੱਚ ਜੀਵਨੀ ਲਿਖੀ ਹੋਈ ਹੈ? ਕਿਹਨੇ ਲਿਖੀ ਹੈ ਬੁੱਕ? ਸੋਲੀ ਸਵਰ ਜੀ ਦੀ ਇਹ ਬੁੱਕ ਕਿਸ ਨੇ ਲਿਖੀ ਹੈ? ਕੌਣ ਹੈ ਬੁੱਕ ਦਾ ਆਥਰ? ਠੀਕ ਹੈ, ਇਹ ਹੈਗਾ ਆਪਣਾ ਅਭਿਨਵ ਚੰਦਰਾਚੂੜ, ਠੀਕ ਹੈ ਜੀ। ਆਹ ਸੋਲੀ ਸੌਰਵਜੀ ਹੈ ਜਿਹੜਾ, ਇਹਨਾਂ ਦੀ ਜੀਵਨ 'ਤੇ ਲਿਖੀ ਗਈ ਹੈ ਕਿਤਾਬ ਇਹ, ਠੀਕ ਹੈ ਜੀ। ਠੀਕ ਹੈ ਜੀ। ਜਿਹੜੇ ਇਹ ਸੋਲੀ ਸੌਰਵਜੀ ਹੈ ਬੱਚੇ, ਪਤਾ ਕੌਣ ਹੈ? ਇਹ ਅਟਾਰਨੀ ਜਨਰਲ ਆਫ ਇੰਡੀਆ, ਅਟਾਰਨੀ ਜਨਰਲ ਆਫ ਇੰਡੀਆ 2 ਵਾਰੀ ਰਹਿ ਚੁੱਕੇ ਹੈ, ਠੀਕ ਹੈ ਜੀ। ਅਟਾਰਨੀ ਜਨਰਲ ਆਫ ਇੰਡੀਆ ਬਹੁਤ ਵਾਰੀ ਤੁਹਾਨੂੰ ਕਰਵਾ ਕੇ ਗਿਆ। ਅਟਾਰਨੀ ਜਨਰਲ ਆਫ ਇੰਡੀਆ, ਅਟਾਰਨੀ ਜਨਰਲ ਆਫ ਇੰਡੀਆ ਕੀ ਹੁੰਦਾ? ਆਪਣਾ ਫਸਟ ਲਾ ਆਫਿਸਰ ਹੁੰਦਾ ਬੱਚਿਓ। ਆਰਟੀਕਲ 76 ਦੇ ਵਿੱਚ ਆਉਂਦਾ, ਇਹ ਪੜ੍ਹ ਕੇ ਗਏ ਹੋਏ ਆਪਾਂ, ਠੀਕ ਹੈ। ਅਤੇ ਇਹਨੂੰ ਪਦਮ ਵਿਭੂਸ਼ਣ ਵੀ ਮਿਲ ਚੁੱਕਿਆ ਇਹਨਾਂ ਨੂੰ, ਠੀਕ ਹੈ ਜੀ। ਇਹਨਾਂ ਦੇ ਜੀਵਨ 'ਤੇ ਬੁੱਕ ਲਿਖੀ ਹੈ ਅਭਿਨਵ ਚੰਦਰਾ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਕਹਿੰਦੇ ਰੀਸੈਂਟਲੀ ਇਨ ਵਿਚ ਸਿਟੀ, ਕਹਿੰਦੇ ਕਿਹੜੀ ਸਿਟੀ ਦੇ ਵਿੱਚ ਜੋਤੀ ਰਦੀਤਾ ਸਾਇੰਸ ਇੰਡੀਆ ਇਨੂਗ੍ਰੇਟਡ ਫਸਟ ਡਰੋਨ ਸਕੂਲ, ਕਿਸ ਸ਼ਹਿਰ ਵਿੱਚ ਜੋਤੀ ਰਾਧੀਆ ਨੇ ਪਹਿਲਾ ਡਰੋਨ ਸਕੂਲ ਖੋਲ੍ਹਿਆ ਹੈ? ਠੀਕ ਹੈ ਬੱਚਿਓ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ, ਠੀਕ ਹੈ ਜੀ। ਕਿਹਨੇ ਖੋਲ੍ਹਿਆ? ਜੋਤੀ ਰਾਧੀਆ, ਠੀਕ ਹੈ। ਸਿੰਧੀਆ, ਵੈਸੇ ਤਾਂ ਇਹ ਸਿੰਧੀਆ ਆਊਗਾ, ਰਾਧੀਆ ਨਹੀਂ ਸਿੰਧੀਆ ਨੇ ਆਪਣਾ ਪਹਿਲਾ ਡਰੋਨ ਸਕੂਲ ਦਾ ਉਦਘਾਟਨ ਕੀਤਾ। ਇਨੂਗ੍ਰੇਟਡ ਮੈਨੇ ਹੁੰਦਾ ਉਦਘਾਟਨ ਕੀਤਾ ਪਹਿਲੇ ਡਰੋਨ ਸਕੂਲ ਦਾ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਠੀਕ ਹੈ ਜੀ। ਤਾਂ ਇਹ ਆ ਜਾਊਗਾ ਆਪਣਾ ਆਨਸਰ ਗਵਾਲੀਅਰ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ, ਰੀਸੈਂਟਲੀ ਹੂ ਹੈਜ਼ ਬੀਨ ਸਿਲੈਕਟਡ ਐਜ਼ ਚੇਅਰਪਰਸਨ ਆਫ ਅਡਾਈ। ਵੈਰੀ ਇੰਪੋਰਟੈਂਟ ਹੈ। ਅਡਾਈ ਦਾ ਚੇਅਰਮੈਨ ਕਿਹਨੂੰ ਲਾਤਾ? ਪੇਪਰ ਦੇ ਵਿੱਚ ਪੱਕੀ ਪ੍ਰਸ਼ਨ ਪੁੱਛਿਆ ਜਾਣਾ ਇਹ। ਸਭ ਤੋਂ ਪਹਿਲਾਂ ਤੁਹਾਨੂੰ ਅਡਾਈ ਦੀ ਫੁੱਲ ਫਾਰਮ ਦੱਸ ਦੇਣਾ ਕੀ ਹੁੰਦੀ ਹੈ, ਪੇਪਰ ਦੇ ਵਿੱਚ ਪੁੱਛੀ ਜਾਣੀ, ਵੈਸੇ ਸੁਣ ਲਓ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ, ਇਹਦੀ ਫੁੱਲ ਫਾਰਮ ਹੈ, ਠੀਕ ਹੈ ਬੱਚਿਓ। ਇਹਦੀ ਫੁੱਲ ਫਾਰਮ ਹੈ। ਅਤੇ ਕਿਹਨੂੰ ਚੇਅਰਮੈਨ ਲਾਇਆ ਗਿਆ ਅਡਾਈ ਦਾ? ਇਹ ਲਾਇਆ ਗਿਆ ਬੱਚਿਓ ਆਪਣੇ ਦੇਵੈਸ਼ ਪਾਂਡਾ ਜੀ ਨੂੰ, ਠੀਕ ਹੈ ਜੀ। ਦੇਵਾਸ਼ ਪਾਂਡਾ ਜੀ ਨੂੰ ਲਾਇਆ ਗਿਆ। ਆਹ ਥੱਲੇ ਫੁੱਲ ਫਾਰਮ ਵੀ ਲਿਖੀ ਹੋਈ ਹੈ। ਰੀਸੈਂਟਲੀ ਕਹਿੰਦੇ ਹੁਣੇ ਹੋਈ ਵਿਸ਼ਵਾਕਾ, ਠੀਕ ਹੈ, ਵਿਸ਼ਵਾਕਰਮਾ ਰਾਸ਼ਟਰੀ ਪੁਰਸਕਾਰ ਐਂਡ ਨੈਸ਼ਨਲ ਸੇਫਟੀ ਅਵਾਰਡ 2018 ਹੈਜ਼ ਬੀਨ ਪ੍ਰੈਜ਼ੈਂਟ ਬਾਈ ਹੋਮ। ਇਹ ਪੁਰਸਕਾਰ ਕਿਸ ਦੇ ਦੁਆਰਾ ਦਿੱਤੇ ਗਏ ਹਨ? ਕਹਿੰਦੇ 2 ਪੁਰਸਕਾਰ ਦਿੱਤੇ ਗਏ ਬੱਚਿਓ। ਕਿਹੜਾ? ਇੱਕ ਤਾਂ ਵਿਸ਼ਵਾਕਰਮਾ,
ਠੀਕ ਹੈ, ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਅਤੇ ਇੱਕ ਮਿਲਿਆ ਗਿਆ ਨੈਸ਼ਨਲ ਸੇਫਟੀ ਅਵਾਰਡ। ਠੀਕ ਹੈ ਜੀ, ਇਹ 2 ਪੁਰਸਕਾਰ ਦਿੱਤੇ ਗਏ। ਕਿਹਦੇ ਵੱਲੋਂ ਦਿੱਤੇ ਗਏ ਬੱਚੋ 2 ਪੁਰਸਕਾਰ? ਇਹ ਦਿੱਤੇ ਗਏ ਆਪਣੇ ਭੁਪਿੰਦਰ ਯਾਦਵ ਵੱਲੋਂ। ਰੀਸੈਂਟਲੀ ਵਿਚ ਫੇਮਸ ਗੋਲਫਰ ਹੈਜ਼ ਬੀਨ ਇੰਡਕਟਡ ਇਨਟੂ ਵਰਲਡ ਗੋਲਫ ਹਾਲ ਆਫ ਫੇਮ। ਹਾਲ ਆਫ ਫੇਮ ਕੀ ਹੁੰਦਾ ਬੱਚੋ? ਹਾਲ ਆਫ ਫੇਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਜਿਹੜੇ ਬੰਦੇ ਰਿਟਾਇਰਮੈਂਟ ਲੈ ਲੈਂਦੇ ਆ। ਠੀਕ ਹੈ, ਜਦੋਂ ਕੋਈ ਬੰਦਾ ਖੇਡ ਤੋਂ ਸੰਨਿਆਸ ਲੈ ਲੈਂਦਾ ਗਾ, ਬਹੁਤ ਵਧੀਆ ਉਹਨੇ ਭਾਦਰਕਾਰੀ ਪਾਈ ਹੁੰਦੀ ਹੈ ਖੇਡ ਦੇ ਵਿੱਚ, ਤਾਂ ਉਹਨੂੰ ਹਾਲ ਆਫ ਫੇਮ ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਰਿਟਾਇਰਮੈਂਟ ਦੀ ਇੱਕ ਸ਼੍ਰੇਣੀ ਹੈ ਹਾਲ ਆਫ ਫੇਮ। ਠੀਕ ਹੈ ਜੀ, ਰਿਟਾਇਰਮੈਂਟ ਵੇਲੇ ਇਹਦੇ ਵਿੱਚ ਚੁਣਿਆ ਜਾਂਦਾ ਜਿਹੜੇ ਬੰਦੇ ਦੇ ਬਹੁਤ ਵੱਡੇ ਪੱਧਰ 'ਤੇ ਨਾਂ ਹੁੰਦਾ ਗਾ। ਇਹ ਕਹਿੰਦੇ ਕਿਸ ਪ੍ਰਸਿੱਧ ਗੋਲਫ ਖਿਡਾਰੀ ਨੂੰ ਹਾਲ ਆਫ ਫੇਮ ਦੇ ਵਿੱਚ ਸ਼ਾਮਲ ਕੀਤਾ ਗਿਆ? ਹੁਣੀ ਸ਼ਾਮਲ ਕੀਤਾ ਗਿਆ ਬੱਚੋ। ਉਹਦਾ ਨਾਂ ਦੱਸਣਾ ਆਪਣਾ, ਉਹਦਾ ਨਾਂ ਕੀ ਆ ਬੱਚੋ? ਠੀਕ ਹੈ ਜੀ, ਬਹੁਤ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ। ਉਹਦਾ ਨਾਮ ਹੈਗਾ ਬੱਚੋ ਟਾਈਗਰ ਵੁਡਸ। USA ਦੇ ਆ ਇਹ, ਅਮਰੀਕਾ ਦੇ ਆ, ਅਤੇ 46 ਸਾਲ ਇਹਨਾਂ ਦੀ ਉਮਰ ਹੈਗੀ। ਠੀਕ ਹੈ, ਆ ਲਿਖਿਆ ਹੋਇਆ। ਰੀਸੈਂਟਲੀ ਹਾਊ ਮੱਚ, ਕਹਿੰਦੇ ਹੁਣੇ ਹੀ GDP ਗਰੋਥ ਹੈਜ਼ ਬੀਨ ਫੋਰਕਾਸਟਡ ਬਾਏ ਕ੍ਰਿਸਲ ਫੋਰ 2022 ਅਤੇ 23। ਇਹ ਕ੍ਰਿਸਲ ਬੱਚੋ ਕੰਪਨੀ ਹੈ। ਠੀਕ ਹੈ, ਇਹ ਕਹਿੰਦੇ 2022 ਅਤੇ 2023 ਦੇ ਵਿੱਚ ਜਿਹੜੀ ਕ੍ਰਿਸਲ ਦੀ ਰਿਪੋਰਟ ਆਈ ਹੈ ਉਹਦੇ ਅਨੁਸਾਰ ਜਿਹੜੀ ਆਪਣੀ GDP ਹੈ ਉਹ ਕਿੰਨੀ ਗਰੋਥ ਕਰੂਗੀ? ਤਾਂ ਇਹ ਕਰੂਗੀ ਬੱਚੋ ਆਪਣੀ ਗਰੋਥ ਜ਼ਿਆਦਾ ਕਰੂਗੀ। ਜਿਹੜੀਆਂ ਆਪਣੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਹੈਗੀਆਂ, ਤਾਂ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕਰੂਗੀ ਬੱਚੋ ਦੱਸੋ? ਇਹ ਕਰਨੀ ਚਾਹੀਦੀ ਹੈ 7.8। ਠੀਕ ਹੈ ਜੀ, ਇਹ ਕਰੂਗੀ 7.8, B ਨੰਬਰ ਆਪਸ਼ਨ। ਠੀਕ ਹੈ ਬੱਚੋ, ਇਹ ਅਲੱਗ-ਅਲੱਗ ਮਤਲਬ ਸਟੇਟਾਂ ਵਾਲੇ ਉਹ ਕਰਨਗੇ, ਅਲੱਗ-ਅਲੱਗ ਕੰਪਨੀਆਂ ਇਹ ਕੱਢਦੀਆਂ ਹੈਗੀਆਂ GDP। ਇਹ GDP ਵਾਲੇ ਆਪਰੇਸ਼ਨ ਇਕਨੋਮਿਕਸ ਦੇ ਵਿੱਚ ਆ ਜਾਂਦੇ ਆ, ਇਕਨੋਮਿਕਸ ਦੇ ਪਾਰਟ ਦੇ ਵਿੱਚ ਹੀ ਆ ਜਾਂਦੇ ਆ ਇਹ। ਠੀਕ ਹੈ, ਤਾਂ ਕਰਕੇ GDP ਵਾਲਾ ਆਪਰੇਸ਼ਨ ਪੇਪਰ ਵਿੱਚ ਪੱਕਾ ਮਿਲਣਾ ਹੁੰਦਾ, ਯਾਦ ਰੱਖ ਲਿਓ। ਕੰਪਨੀ ਦਾ ਜ਼ਰੂਰ ਨਾਂ ਯਾਦ ਰੱਖ ਲਓ, ਕਿਉਂਕਿ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਅੰਦਾਜ਼ੇ ਹੁੰਦੇ ਆ। ਰੀਸੈਂਟਲੀ ਗੈਬਰੀਅਲ ਬੋਰਿਕ ਹੈ ਜਿਹੜਾ, ਇਹ ਹੈਜ਼ ਬੀਕਮ ਦਾ ਯੰਗੈਸਟ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਕਹਿੰਦੇ ਸਭ ਤੋਂ ਗੈਬਰੀਅਲ ਬੋਰਿਕ ਕਿਸ ਦੇਸ਼ ਦੇ ਸਭ ਤੋਂ ਯੁਵਾ ਰਾਸ਼ਟਰਪਤੀ ਬਣੇ ਹਨ? ਤਾਂ ਇਹ ਬਣਿਆ ਬੱਚੋ ਚਾਈਲ ਦੇ। ਠੀਕ ਹੈ, ਚਾਈਲ ਦੇ ਬਣੇ, 36 ਸਾਲ ਦੀ ਉਮਰ ਹੀ ਇਹਨਾਂ ਦੀ। ਠੀਕ ਹੈ ਬੱਚੋ, ਤਾਂ ਬਹੁਤ ਇੰਪੋਰਟੈਂਟ ਪ੍ਰਸ਼ਨ ਬਣ ਜਾਂਦਾ ਇਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਰੀਸੈਂਟਲੀ ਮੁਕਲ ਆਰੀਆ ਪਾਸਡ ਅਵੇ। ਮੁਕਲ ਆਰੀਆ ਸੀ ਜਿਹੜੇ ਇਹਨਾਂ ਦੀ ਡੈਥ ਹੋ ਗਈ। ਹੀ ਵਾਜ ਦਾ ਇੰਡੀਅਨ ਇਨਵੈਸਟਰ ਟੂ ਵਿਚ ਕੰਟਰੀ। ਇਹ ਨਾ ਇੰਡੀਅਨ ਇਨਵੈਸਟਰ ਲਾਏ ਹੋਏ ਸੀ ਬੱਚੇ, ਜਿਵੇਂ ਰਾਜਦੂਤ ਲਾਏ ਹੋਏ, ਜਿਵੇਂ ਕੈਨੇਡਾ ਦੇ ਵਿੱਚ ਵੀ ਆਪਣੇ ਭਾਰਤੀ ਬੈਠੇ ਆ, UAE ਦੇ ਵਿੱਚ ਵੀ ਆਪਣੇ ਭਾਰਤੀ ਬੈਠੇ ਆ, ਪਾਕਿਸਤਾਨ ਦੇ ਵਿੱਚ ਵੀ ਆਪਣੇ ਭਾਰਤੀ ਬੈਠੇ ਆ, ਅਤੇ ਪਾਕਿਸਤਾਨ ਵਾਲੇ ਆਪਣੇ ਵੀ ਇੱਧਰ ਬੈਠੇ ਆ, ਅਮਰੀਕਾ ਵਾਲੇ ਆਪਣੇ ਵੀ ਇੱਧਰ ਬੈਠੇ ਆ। ਠੀਕ ਹੈ, ਐਂ ਅਵੈਸੀਆਂ ਬਣੀਆਂ ਹੋਈਆਂ ਆਪਣੇ। ਠੀਕ ਹੈ, ਹਰੇਕ ਦੇਸ਼ ਦੇ ਆਪਦਾ ਇੱਕ ਰਾਜਦੂਤ ਉੱਥੇ ਦਿੱਤਾ ਹੋਇਆ ਕਿ ਸਾਡੇ ਜੇ ਕਿਸੇ ਨਾਗਰਿਕ ਨੂੰ ਦੇਸ਼ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦਾ ਸੰਪਰਕ ਕਰ ਸਕਦਾ ਹੈ। ਉਵੇਂ ਜਿਵੇਂ ਆਪਣਾ ਇੰਡੀਆ ਦਾ ਲੱਗਿਆ ਹੋਇਆ ਸੀ ਇੱਕ ਮੁਕਲ ਆਰੀਆ, ਇਹਦੀ ਡੈਥ ਹੋ ਗਈ। ਇਹਦੀ ਡੈਥ ਬਹੁਤ ਭੇਤ ਭਰੀ ਹਾਲਤ ਦੇ ਵਿੱਚ ਹੋਈ ਹੈ ਬੱਚੋ। ਠੀਕ ਹੈ, ਮੁਕਲ ਆਰੀਆ ਇਹ ਕਿਸ ਦੇਸ਼ ਦੇ ਵਿੱਚ ਭਾਰਤੀ ਰਾਜਦੂਤ ਦੇ ਵਜੋਂ ਕੰਮ ਕਰਦੇ ਸੀ? ਤਾਂ ਇਹ ਕਰਦੇ ਸੀ ਬੱਚੋ ਪੈਲਸਤੀਨ ਵੱਲੋਂ। ਇਹਦਾ ਦੁਬਾਰੇ ਵੀ ਮੰਗ ਹੋਈ ਹੈ ਕਿ ਇਹਦੇ ਦੁਬਾਰੇ ਆਟੋਪੈਸੀ ਕੀਤੀ ਜਾਵੇ। ਆਟੋਪੈਸੀ ਦਾ ਮਤਲਬ ਕੀ ਹੁੰਦਾ? ਪੋਸਟ ਮਾਸਟਰ ਵੀ ਹੁੰਦਾ ਇੱਕ ਤਰ੍ਹਾਂ ਦਾ। ਠੀਕ ਹੈ, ਉਹਨੂੰ ਆਟੋਪੈਸੀ ਕਹਿੰਦੇ ਨੇ। ਤੁਹਾਨੂੰ ਇਹ 1 ਵਾਰਡ ਦੇ ਵਿੱਚ ਕਰਵਾ ਕੇ ਗਿਆ ਹੋਇਆ ਸ਼ਬਦ ਮੈਂ। ਰੀਸੈਂਟਲੀ ਹੂ ਹੈਜ਼ ਬੀਨ ਬਿਕਮ ਦਾ ਨਿਊ ਚੀਫ ਮਿਨਿਸਟਰ ਆਫ ਪੰਜਾਬ। ਜਿਹੜੀ ਆਪਣੀ ਪੰਜਾਬ ਸਟੇਟ ਆ ਜਿਹਦੇ 'ਚ ਆਪਾਂ ਰਹਿੰਦੇ ਹਾਂ ਬੱਚੋ। ਠੀਕ ਹੈ, ਕਹਿੰਦੇ ਉਹਦਾ ਨਵਾਂ CM ਕਿਹਨੂੰ ਲਗਾਇਆ ਗਿਆ ਹੈਗਾ? ਠੀਕ ਹੈ, ਹੁਣ ਉਹ ਸਟੇਟ ਦਾ CM ਕੌਣ ਹੈਗਾ? ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਬੱਚੋ। ਅਤੇ ਆਪਣਾ ਨਵਾਂ CM ਲਾਏ ਗਏ ਹੈਗੇ ਸਰਦਾਰ ਭਗਵੰਤ ਸਿੰਘ ਮਾਨ। ਠੀਕ ਹੈ, ਅਤੇ ਸਰਕਾਰ ਆਪਣੇ ਆਮ ਪਾਰਟੀ ਦੀਆਂ 92 ਸੀਟਾਂ ਲੈ ਕੇ ਗਏ ਆ। ਸਾਰੀਆਂ ਚੀਜ਼ਾਂ ਯਾਦ ਰੱਖਣੀਆਂ, ਪੇਪਰ ਦੇ ਵਿੱਚ ਕਿਤੋਂ ਵੀ ਪ੍ਰਸ਼ਨ ਆ ਸਕਦਾ ਤੁਹਾਡੇ ਵਾਸਤੇ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਰੀਸੈਂਟਲੀ ਇਨ ਵਿੱਚ ਸਿਟੀ PM ਮੋਦੀ ਇਨੂਗਰੇਟਡ 11ਵਾਂ ਖੇਲ ਮਹਾਕੁੰਭ। ਜਿਹੜੇ ਕਹਿੰਦੇ ਹੁਣੇ PM ਮੋਦੀ ਜੀ ਨੇ 11ਵਾਂ ਜਿਹੜਾ ਖੇਡ ਮਹਾਕੁੰਭ ਦਾ ਉਦਘਾਟਨ ਕੀਤਾ ਗਾ। ਠੀਕ ਹੈ ਬੱਚੋ, ਅਤੇ ਜਿਹੜਾ ਇਹ ਉਦਘਾਟਨ ਕੀਤਾ ਇਹ ਕਿੱਥੇ ਕੀਤਾ ਗਾ? ਤਾਂ ਇਹ ਕੀਤਾ ਬੱਚੋ ਆਪਣਾ ਅਹਿਮਦਾਬਾਦ ਦੇ ਵਿੱਚ। ਠੀਕ ਹੈ, ਅਹਿਮਦਾਬਾਦ ਦੇ ਵਿੱਚ ਉਦਘਾਟਨ ਕੀਤਾ। ਇਹ ਗੱਲ ਬਹੁਤ ਵਧੀਆ ਜੀ। ਠੀਕ ਹੈ ਜੀ, ਚਲੋ ਚੱਲਦੇ ਹਾਂ ਹੁਣ ਆਪਾਂ ਅਗਲੇ ਪ੍ਰਸ਼ਨ 'ਤੇ। ਰੀਸੈਂਟਲੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਏ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ। ਵੈਰੀ ਇੰਪੋਰਟੈਂਟ। ਦਿੱਲੀ ਹਾਈ ਕੋਰਟ ਦਾ ਨਾ ਬੱਚੋ ਇੱਕ ਇਹਨਾਂ ਨੇ ਹੁਣ ਨਵਾਂ ਚੀਫ ਜਸਟਿਸ ਲਾਤਾ। ਠੀਕ ਹੈ, ਕਹਿੰਦੇ ਉਹਦਾ ਨਾਮ ਕੀ ਹੈਗਾ? ਵੈਰੀ ਇੰਪੋਰਟੈਂਟ ਆ। ਉਹਦਾ ਨਾਮ ਹੈਗਾ ਬੱਚੋ ਵਿਪਨ ਸੰਘੀ। ਬਸ 1 ਲਾਈਨਾਂ ਦੀ ਯਾਦ ਕਰ ਲਓ, ਜਾਂ ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਸਟ੍ਰੈਸ ਨਹੀਂ ਲੈਣਾ। ਪੇਪਰ ਦੇ ਵਿੱਚ ਹਲਕੇ ਫੁਲਕੇ ਹੋ ਕੇ ਜਾਓ ਯਾਰ। ਸਮਝ ਗਏ ਤੁਸੀਂ ਗੱਲ? ਜਿਵੇਂ ਕਰੰਟ ਅਫੇਅਰ ਹੈ, ਕਰੰਟ ਅਫੇਅਰ ਤੁਹਾਨੂੰ ਜਿੰਨੇ ਕਰਵਾਤੇ 1 ਮਹੀਨੇ 150 ਕਰੰਟ ਅਫੇਅਰ ਹੋ ਗਏ। ਇਹਨੂੰ ਚੰਗੀ ਤਰ੍ਹਾਂ ਫੇਰ ਲਓ, 2-3 ਵਾਰੀ ਫੇਰ ਲਓ।
चीज़ याद रह जूगी, चक्कर वाली गल ही नहीं कोई। हुणे याद करन लग जाओ, मौके ते जाके ना फिर कुछ नहीं पता लगदा हुंदा। जे तुसीं हुण रिवीजन करी चलोगे तां पार आ सारा कुछ। ठीक है। ਰੀਸੈਂਟਲੀ ਆਉਣ ਵਿੱਚ ਡੇਟ ਕਹਿੰਦੇ ਹੁਣੇ ਕਿਹੜੀ ਡੇਟ ਨੂੰ ਆਪਾਂ 92 ਐਨਵਰਸਰੀ ਮਨਾਈ ਹੈ ਬੱਚੋ, ਕਾਹਦੀ? ਡਾਂਡੀ ਮਾਰਚ ਦੀ। ਅਤੇ ਡਾਂਡੀ ਮਾਰਚ ਕਦੋਂ ਸ਼ੁਰੂ ਕੀਤਾ ਗਿਆ ਸੀ? 1930 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਕਿਹਦੇ ਦੁਆਰਾ? ਗਾਂਧੀ ਜੀ ਦੁਆਰਾ। ਕਿਹੜੀ ਜਗ੍ਹਾ ਤੋਂ? ਚਪਾਰਨ ਤੋਂ, ਚਪਾਰਨ ਡਾਂਡੀ ਤੋਂ। ਠੀਕ ਹੈ, ਚਪਾਰਨ ਦੇ ਵਿੱਚ। ਅਤੇ ਇਹਦਾ ਮਤਲਬ ਕੀ ਸੀ ਬੱਚੋ? ਡਾਂਡੀ ਮਾਰਚ ਦੇ ਵਿੱਚ ਕਿਉਂ ਮਨਾਇਆ ਜਾਂਦਾ? ਵਰ੍ਹੇਗੰਢ ਕਿੰਨੀ ਵਰ੍ਹੇਗੰਢ ਬਣਾਈ ਆਪਾਂ ਐਤਕੀ? ਬਣਾਈ ਤਾਂ 92ਵੀਂ ਵਰ੍ਹੇਗੰਢ। ਪ੍ਰਸ਼ਨ ਇੱਥੋਂ ਹੀ ਪੁੱਛਿਆ ਜਾ ਸਕਦਾ ਹੈ ਕਿ ਡਾਂਡੀ ਮਾਰਚ ਦੀ ਆਪਾਂ ਕਿੰਨੀ ਵਰ੍ਹੇਗੰਢ ਮਨਾਈ ਹੈ, ਤਾਂ ਉੱਥੇ ਤੁਸੀਂ ਕਹਿਣਾ 92। ਠੀਕ ਹੈ। ਕਦੋਂ ਹੋਈ ਸੀ? ਕਦੋਂ ਡਾਂਡੀ ਮਾਰਚ ਸ਼ੁਰੂ ਹੋਇਆ ਸੀ? 1930 ਦੇ ਵਿੱਚ। ਇਹ ਨਮਕ ਨੂੰ ਲੈ ਕੇ ਕਾਨੂੰਨ ਬਣਾਤੇ ਸੀ ਅੰਗਰੇਜ਼ਾਂ ਨੇ। ਠੀਕ ਹੈ। ਤਾਂ ਉਹ ਕਾਨੂੰਨ ਸੀ ਜਿਹੜੇ ਉਹ ਮਹਾਤਮਾ ਗਾਂਧੀ ਜੀ ਨੇ ਤੋੜੇ ਸੀ। ਠੀਕ ਹੈ। ਆਪਣੇ ਲੋਕ ਬਹੁਤ ਮੈਂ ਦੇਖਿਆ ਕਹਿ ਦਿੰਦੇ ਆ ਕਿ ਨੋਟਾਂ ਦੇ ਫੋਟੋ ਭਗਤ ਸਿੰਘ ਦੀ ਲੱਗਣੀ ਚਾਹੀਦੀ ਹੈ, ਨੋਟਾਂ ਦੇ ਫੋਟੋ ਗਾਂਧੀ ਜੀ ਦੀ ਕਿਉਂ ਲੱਗਦੀ ਹੈ ਬੱਚੋ? ਉਹਦੇ ਵਿੱਚ ਵੀ ਨਾ ਇੱਕ ਮੈਂ ਕੋਈ ਗਾਂਧੀ ਦਾ ਹਮਾਇਤ ਨਹੀਂ ਹੈਗਾ, ਨਾ ਮੈਂ ਭਗਤ ਸਿੰਘ ਦਾ ਮਾੜਾ ਉਹ ਕਰਦਾ। ਮੈਂ ਇੱਕ ਗੱਲ ਦੱਸ ਰਿਹਾ ਤੁਹਾਨੂੰ ਇਤਿਹਾਸਕ ਤੌਰ 'ਤੇ। ਠੀਕ ਹੈ। ਇਤਿਹਾਸਕ ਤੌਰ 'ਤੇ ਗੱਲ ਇਹ ਹੈ ਕਿ ਜਿਹੜਾ ਮਹਾਤਮਾ ਗਾਂਧੀ ਸੀ ਉਹ ਹੈਗੇ ਸੀ ਆਪਣੇ ਇੰਡੀਆ ਲੈਵਲ 'ਤੇ ਮੂਵਮੈਂਟਾਂ ਸ਼ੁਰੂ ਕੀਤੀਆਂ ਸੀ ਉਹਨਾਂ ਨੇ। ਠੀਕ ਹੈ। ਜਿਹੜੇ ਭਗਤ ਸਿੰਘ ਹੋਣੀ ਹੈ ਇਹ ਪੰਜਾਬ ਲੈਵਲ 'ਤੇ ਸੀ ਪਹਿਲਾਂ। ਚਲੋ ਇੰਡੀਆ ਲੈਵਲ 'ਤੇ ਤਾਂ ਕੰਮ ਤਾਂ ਇਹਨਾਂ ਨੇ ਵੀ ਕੀਤਾ ਆਜ਼ਾਦੀ ਵਾਸਤੇ, ਪਰ ਜਿਹੜਾ ਸਭ ਤੋਂ ਜ਼ਿਆਦਾ ਯੋਗਦਾਨ ਉਹ ਮਹਾਤਮਾ ਗਾਂਧੀ ਨੇ ਮੰਨਿਆ ਜਾਂਦਾ, ਤਾਂ ਕਰਕੇ ਉਹਦੀ ਫੋਟੋ ਨੋਟਾਂ 'ਤੇ ਲੈ ਜਾਂਦੀ ਹੈ। ਠੀਕ ਹੈ। ਗਾਹਾਂ ਗਾਂਧੀ ਪਰਿਵਾਰ ਮਾਰ ਨਿਕਲ ਉਹਦੇ 'ਚ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਠੀਕ ਹੈ। ਅਤੇ ਚਲੋ ਡਾਂਡੀ ਮਾਰਚ ਦੀ 92ਵੀਂ ਵਰ੍ਹੇਗੰਢ ਕਿਸੇ ਦਿਨ ਮਨਾਈ ਜਾਂਦੀ ਹੈ? ਦੱਸੋ ਬਾਈ ਕਿਹੜੀ ਡੇਟ ਹੈ? ਤਾਂ ਉਹ ਡੇਟ ਹੈਗੀ ਹੈ 12 ਮਾਰਚ। ਠੀਕ ਹੈ। 1930 ਨੂੰ ਨਮਕ ਕਾਨੂੰਨ ਤੋੜਿਆ ਸੀ ਬੱਚੋ। ਇਸ ਤੋਂ ਬਾਅਦ ਅਗਲਾ ਰੋਲ ਆਫ ਲੇਬਰ ਇਨ ਇੰਡੀਆ ਇਹ ਡਿਵੈਲਪਮੈਂਟ ਕਿਤਾਬ ਕਿਸ ਦੀ ਰਚਨਾ ਹੈ? ਵੈਰੀ ਇੰਪੋਰਟੈਂਟ ਕਿਤਾਬ ਤੋਂ ਵੀ ਇੱਕ ਪ੍ਰਸ਼ਨ ਪੱਕਾ ਬਣਨਾ ਹੁੰਦਾ। ਠੀਕ ਹੈ। ਰੋਲ ਆਫ ਲੇਬਰ ਇਨ ਇੰਡੀਆ ਕਹਿੰਦੇ ਇੰਡੀਆ ਦੇ ਵਿੱਚ ਲੇਬਰ ਹੈ ਜਿਹੜੀ ਉਹਦਾ ਕੀ ਰੋਲ ਹੈ, ਕੀ ਉਹ ਵਿਕਾਸ ਕਰਦੀ ਹੈ। ਤਾਂ ਇਹ ਬੁੱਕ ਹੈ ਜਿਹੜੀ, ਇਹ ਕਿਤਾਬ ਕਿਸ ਦੀ ਰਚਨਾ ਹੈ ਬੱਚੋ? ਠੀਕ ਹੈ। ਕਿਸ ਦੀ ਰਚਨਾ ਇਹ ਕਿਤਾਬ ਦੱਸੋ? ਇਹ ਉਹ ਰਚਨਾ ਨਹੀਂ ਹੈਗੀ ਸੱਚ ਬੱਚੋ, ਇਹ ਨਾ ਲਾਂਚ ਕੀਤੀ ਗਈ ਸੀ। ਲਾਂਚ ਕਿਹਨੇ ਕੀਤੀ ਸੀ? ਤਾਂ ਲਾਂਚ ਕੀਤੀ ਸੀ ਭੁਪਿੰਦਰ ਯਾਦਵ ਨੇ। ਠੀਕ ਹੈ। ਇਹਨਾਂ ਵਿੱਚ IIT ਇੰਸਟੀਟਿਊਟ, ਇਹਨਾਂ ਦੇ ਵਿੱਚੋਂ ਕਿਹੜਾ IIT ਇੰਸਟੀਟਿਊਟ ਹੈ ਜਿਹਨੂੰ BIS ਸਟੈਂਡਰਡ, ਠੀਕ ਹੈ, ਸਟੈਂਡਰਡਾਈਜੇਸ਼ਨ ਚੇਅਰ ਪ੍ਰੋਫੈਸਰ ਬਿਲਵੀ ਸਟੈਲਵਿਸ। ਠੀਕ ਹੈ ਜੀ। ਕਿਸ ITI ਦੇ ਵਿੱਚ ਇਸ ਦੀ ਨਿਯੁਕਤੀ ਕੀਤੀ ਜਾਵੇਗੀ? ਪ੍ਰਸ਼ਨ ਬਹੁਤ ਇੰਪੋਰਟੈਂਟ ਆ ਬੱਚਿਓ। ਠੀਕ ਹੈ। ਕਹਿੰਦੇ ਕਿਹੜੀ ITT ਹੈ ਜਿਹਦੇ ਵਿੱਚ BIS ਸਟੈਂਡਰਡਾਈਜੇਸ਼ਨ ਚੇਅਰ ਪ੍ਰੋਫੈਸਰ ਦੀ ਨਿਯੁਕਤੀ ਕੀਤੀ ਜਾਊਗੀ? ਠੀਕ ਹੈ ਜੀ। BIS ਦੀ ਫੁੱਲ ਫਾਰਮ ਕੀ ਹੈ? BIS ਦੀ ਫੁੱਲ ਫਾਰਮ ਹੈਗੀ ਹੈ ਬੱਚੋ ਬਿਊਰੋ ਆਫ ਇੰਡੀਅਨ ਸਟੈਂਡਰਡਸ। ਇਹ ਫੁੱਲ ਫਾਰਮ ਹੈ ਬਿਊਰੋ ਦੁਆਰਾ BIS ਦੁਆਰਾ। ਠੀਕ ਹੈ ਜੀ। ਚੇਅਰ ਪ੍ਰੋਫੈਸਰ ਦੀ ਇੱਕ ਨਿਯੁਕਤੀ ਕਰੀ ਜਾਊਗੀ। ਕਿਹੜੀ ITI ਦੇ ਵਿੱਚ ਕੀਤੀ ਜਾਊਗੀ? ਇਹ ਸਥਾਪਨਾ ਕੀਤੀ ਜਾਊਗੀ। ਠੀਕ ਹੈ ਜੀ। ਤਾਂ ਇਹ ਬੱਚੋ ਕਿਹੜੀ ਦੀ ਸਥਾਪਨਾ ਕੀਤੀ ਜਾਊਗੀ ਦੱਸੋ? ਤਾਂ ਇਹ ਕੀਤੀ ਜਾਊਗੀ IIT ਰੁੜਕੀ ਦੇ ਵਿੱਚ। ਰੀਸੈਂਟਲੀ ਹੂ ਲਾਂਚ MSME ਇਨੋਵੇਟਿਵ ਸਕੀਮ MSME ਇੰਡੀਆ ਹੈਕਟੌਨ 2022। ਕੀ ਮਤਲਬ ਬਣਦਾ ਬੱਚੋ ਪ੍ਰਸ਼ਨ ਦਾ? ਪ੍ਰਸ਼ਨ ਸੌਖਾ ਹੈ। ਠੀਕ ਹੈ। ਥੋੜ੍ਹਾ ਦਿਮਾਗ ਲਾ ਕੇ ਆਪਾਂ ਨੂੰ ਹੱਲ ਕਰਨਾ ਪਊਗਾ। ਇਹ ਆਏ ਕਹਿ ਰਹੇ ਆ ਕਿ ਜਿਹੜੇ MSME ਇਨੋਵੇਟਿਵ ਸਕੀਮ ਹੈ ਜਿਹੜੀ, ਠੀਕ ਹੈ, ਅਤੇ ਇੱਕ MSME ਆਈਡਾ ਹੈਕਟੌਨ 2022 ਹੈ। ਇਹ ਸਕੀਮਾਂ ਕਿਸ ਨੇ ਲਾਂਚ ਕੀਤੀਆਂ? ਆਹ ਲਿਖਿਆ ਪਿਆ। ਕਿਹਨੇ ਲਾਂਚ ਕੀਤੀ ਹੈ? MSME ਇਨੋਵੇਟਿਵ ਸਕੀਮ, ਅਤੇ ਇੱਕ ਦੂਸਰੀ ਸਕੀਮ ਕਿਹੜੀ ਹੈ? MSME ਆਈਡੀਆ ਹੈਕਟੌਨ 2022। ਤਾਂ ਇਹ ਦੋਨੇ ਲਾਂਚ ਕੀਤੀਆਂ ਬੱਚੋ ਨਾਰਾਇਣ ਰਾਣੇ ਨੇ। ਰੀਸੈਂਟਲੀ ਹੂ ਬੀਕੌਮ ਕਹਿੰਦੇ ਹੁਣੇ ਹੀ ਹੂ ਬੀਕੌਮ ਫਸਟ ਫੋਰਨ ਲੀਡਰ ਕਿਹੜਾ ਹੋਇਆਗਾ ਜਿਹਨੇ ਡਾਇਰੈਕਟ ਸਿੱਧਾ ਹੀ UK ਦਾ ਜਿਹੜਾ ਆਪਣਾ ਹਾਊਸ ਆਫ ਕਾਮਨ ਹੈ ਉਹਨੂੰ ਐਡਰੈਸ ਕੀਤਾ ਗਾ। ਐਡਰੈਸ ਮਤਲਬ ਉਹਨੂੰ ਸੰਬੋਧਨ ਕੀਤਾ ਗਾ। UK ਦੇ ਹਾਊਸ ਆਫ ਕਮਰਸ ਨੂੰ ਸਿੱਧੇ ਸੰਬੋਧਨ ਕਰਨ ਵਾਲਾ ਪਹਿਲਾ ਵਿਦੇਸ਼ੀ ਨੇਤਾ ਕੌਣ ਹੈ? ਵੈਰੀ ਇੰਪੋਰਟੈਂਟ। ਇਹ ਹੈਗਾ ਵੋਲੋਮਿਰ ਜ਼ੈਲੇਨਸਕੀ। ਠੀਕ ਹੈ ਜੀ। ਇਹਨਾਂ ਨੇ ਕੀਤਾ। ਵੈਰੀ ਇੰਪੋਰਟੈਂਟ ਹੈ। ਰੀਸੈਂਟਲੀ ਹੂ ਹੈਜ਼ ਅਪੋਇੰਟਡ ਕਹਿੰਦੇ ਹੁਣੇ ਹੀ ਅਪਾਇੰਟ ਕੀਤਾ ਗਿਆ ਗਾ ਚੇਅਰਮੈਨ ਕਿਹੜੀ ਚੀਜ਼ ਦਾ? ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ ਦਾ, ਜਿਹਨੂੰ ਆਪਾਂ NFRA ਵੀ ਲਿਖਿਆ ਸਕਦਾ ਗਾ। ਇਹਦਾ ਚੇਅਰਪਰਸਨ ਕਿਹਨੂੰ ਲਾਇਆ ਗਾ?
ਦੱਸੋ ਜੀ ਇਹਦਾ ਚੇਅਰਮੈਨ ਕਿਹਨੂੰ ਲਾਇਆ? ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਬਣ ਜਾਂਦਾ ਇਹ ਇੱਕ। ਠੀਕ ਹੈ ਜੀ, ਤਾਂ 3 ਆਪਸ਼ਨ ਤੁਹਾਡੇ ਸਾਹਮਣੇ ਆ, ਤਾਂ ਇਹ ਲਾਇਆ ਆਪਣੇ ਅਜੇ ਭੂਸ਼ਣ ਪਾਂਡੇ ਨੂੰ। ਠੀਕ ਹੈ ਜੀ, ਅਜੇ ਭੂਸ਼ਣ ਪਾਂਡੇ ਨੂੰ ਲਾਇਆ ਗਿਆ। ਠੀਕ ਹੈ, ਇੰਨੇ ਫਰੀ ਫੁੱਲ ਫਾਰਮ ਵੀ ਤੁਹਾਨੂੰ ਦੱਸਤੀ ਮੈਂ। ਠੀਕ ਹੈ, ਹੁਣ ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਆਹ ਪ੍ਰਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਈਸਰੋ ਬਿੱਲ ਸਿਲੈਕਟ, ਈਸਰੋ ਨੇ ਸਿਲੈਕਟ ਕੀਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਠੀਕ ਹੈ, ਇਹਨੇ ਬਿੱਲ ਸਿਲੈਕਟ ਹਾਊ ਮੈਨੀ ਸਕੂਲ ਸਟੂਡੈਂਟ, ਕਹਿੰਦੇ ਇਹਨਾਂ ਨੇ ਈਸਰੋ ਨੇ ਕਿੰਨੇ ਸਕੂਲ ਸਟੂਡੈਂਟ ਸਿਲੈਕਟ ਕੀਤੇ ਹੈ ਕਾਹਦੇ ਵਾਸਤੇ? ਇੱਕ ਯੁਵਾ ਵਲਾਗਿਨੀ ਕਰਿਆਰਾਮ ਜਾਂ ਜੰਗ ਸਾਇੰਟਿਸਟ ਪ੍ਰੋਗਰਾਮ। ਇਹਨੇ 2 ਪ੍ਰੋਗਰਾਮ ਚਲਾਏ ਆ, ਦੋਨਾਂ ਦਾ ਨਾਮ ਸੇਮ ਅਲੱਗ ਅਲੱਗ ਆ ਪਰ ਕੰਮ ਇੱਕ ਹੀ ਹੈ। ਇੱਕ ਕਿਹੜਾ ਪ੍ਰੋਗਰਾਮ ਬੱਚਿਓ? ਯੁਵਾ ਵਿਗਿਆਨੀ ਕਾਰਿਆ ਕਰਮ। ਠੀਕ ਹੈ, ਇਹਨੂੰ ਆਪਾਂ ਯੂਵਿਕਾ ਦੇ ਨਾਂ ਨਾਲ ਵੀ ਜਾਣਦੇ ਹਾਂ, ਯੂਵਿਕਾ ਦੇ ਨਾਂ ਨਾਲ ਵੀ ਕਿਹਾ ਜਾਂਦਾ ਇਹਨੂੰ। ਅਤੇ ਇੱਕ ਪ੍ਰੋਗਰਾਮ ਕਿਹੜਾ ਲਾਂਚ ਕੀਤਾ? ਜੰਗ ਸਾਇੰਟਿਸਟ ਪ੍ਰੋਗਰਾਮ। 2 ਪ੍ਰੋਗਰਾਮ ਲਾਂਚ ਕੀਤੇ ਆ। ਕਹਿੰਦੇ ਇਹਦੇ ਪ੍ਰੋਗਰਾਮ ਵਾਸਤੇ ਇਸਰੋ ਨੇ ਕਿੰਨੇ ਬੱਚੇ ਚੁਣੇ ਆ? ਬੱਚੇ ਇਹਨਾਂ ਨੇ ਚੁਣਿਆ 150 ਬੱਚਾ। ਠੀਕ ਹੈ, ਰੀਸੈਂਟਲੀ ਔਨ ਵਿਚ ਡੇਟ, ਕਹਿੰਦੇ ਕਿਹੜੀ ਡੇਟ ਨੂੰ ਇੰਟਰਨੈਸ਼ਨਲ ਡੇ ਆਫ ਮੈਥਮੈਟਿਕਸ, ਮੈਥ ਜਿਹੜਾ ਆਪਾਂ ਮੈਥ ਪੜ੍ਹਦੇ ਆ ਉਹਦਾ ਦਿਨ ਮਨਾਇਆ ਜਾਂਦਾ? ਕਹਿੰਦੇ ਦੱਸੋ ਜੀ ਕਿਸ ਦਿਨ ਮਨਾਇਆ ਜਾਂਦਾ ਹੈਗਾ? 4 ਆਪਸ਼ਨ ਤੁਹਾਡੇ ਸਾਹਮਣੇ ਆ। ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੋ ਜਾਂਦਾ ਬੱਚੋ, ਆਪਾਂ ਧਿਆਨ ਨਹੀਂ ਦਿੰਦੇ। ਆਪਾਂ ਪਤਾ ਕੀ ਕਰਦੇ ਹੁੰਦੇ ਆ, ਆਹ ਮੈਥਮੈਟਿਕ ਵਾਲਾ ਆਪਰੇਸ਼ਨ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਪੇਪਰ ਹੋਊਗਾ ਜਿਹਦੇ ਵਿੱਚ ਨਾ ਪੁੱਛਿਆ ਜਾਊਗਾ ਇਹ। ਠੀਕ ਹੈ, ਤਾਂ ਕਰਕੇ ਸਾਰੇ ਯਾਦ ਕਰਨੇ ਆ। ਕੋਈ ਵੀ ਚੀਜ਼ ਭੁੱਲ ਕੇ ਵੀ ਤੁਸੀਂ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਤਾਂ ਇਹਦਾ ਆਨਸਰ ਬੱਚੋ ਹੈਗਾ ਆਪਣੇ ਕੋਲ 14 ਮਾਰਚ। ਅਤੇ ਥੀਮ ਕੀ ਹੈ ਬੱਚੋ ਇਹਦਾ? ਇਹਦਾ ਥੀਮ ਹੈਗਾ ਆਪਣੇ ਕੋਲ ਮੈਥਮੈਟਿਕਸ ਯੂਨਾਈਟਸ। ਠੀਕ ਹੈ, ਆਹ ਚੀਜ਼ ਹੈ, ਇਹ ਯਾਦ ਕਰ ਲਿਓ, ਆਹ ਲਿਖਿਆ ਹੋਇਆ ਥੱਲੇ। ਰੀਸੈਂਟਲੀ ਹੁਣੇ ਹੀ ਵਿੱਚ ਕੰਪਨੀ, ਕਿਹੜੀ ਕੰਪਨੀ ਹੈ? ਹੈਜ ਬੀਕੌਮ, ਜਿਹਨੇ ਵਰਲਡ ਦਾ ਫਸਟ ਲਾਈਨਰ ਅਲਕਾਈਲ ਵੈਨਜੈਨੀ ਮੈਨੂਫੈਕਚਰਿੰਗ ਕੰਪਨੀ ਟੂ ਬੀ ਸਰਟੀਫਾਈ ਬਾਈ ਬਿਊਰੋ ਆਫ ਇੰਡੀਅਨ ਸਟੈਂਡਰਡ। ਕਿਹੜੀ ਕੰਪਨੀ ਭਾਰਤੀ ਮਾਨਕ ਬਿਊਰੋ ਦੁਆਰਾ ਪ੍ਰਮਾਣਿਤ ਹੋਣ ਵਾਲੀ ਦੁਨੀਆ ਦੀ ਪਹਿਲੀ ਲੈਬ ਕੰਪਨੀ ਬਣ ਗਈ ਹੈ? ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਆ ਬੱਚਿਓ। ਠੀਕ ਹੈ, ਇਹ ਜਿਹੜੀ ਕੰਪਨੀ ਹੈ ਇਹ ਕਿਹੜੀ ਹੈ? ਭਾਰਤੀ ਆ, ਕਿੱਥੇ ਪਿਆ? ਆ ਪਿਆ ਬਿਊਰੋ ਆਫ ਇੰਡੀਅਨ ਸਟੈਂਡਰਡ ਦੁਆਰਾ ਪ੍ਰਮਾਣਿਤ ਕੀਤੀ ਗਈ ਹੈ ਕੰਪਨੀ। ਠੀਕ ਹੈ ਜੀ, ਪ੍ਰਮਾਣਿਤ ਹੋਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣੀ ਹੈ ਇਹ। ਠੀਕ ਹੈ, ਪ੍ਰਮਾਣਿਤ ਹੋਣੇ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਕਿਹੜੀ ਹੈ ਬੱਚਿਓ? ਆਹਾ ਲਾਈਨਰ ਅਲਕਾਈਲ ਵੈਨੇਜੇਨ। ਠੀਕ ਹੈ, ਇਹ ਪਹਿਲੀ ਕੰਪਨੀ ਹੈ। ਓਕੇ, ਸਮਝ ਗਈ ਗੱਲ ਇੰਨੀ? ਇਹ ਪਹਿਲੀ ਕੰਪਨੀ ਹੈ ਬੱਚਿਓ ਜਿਹੜੀ ਕਿਹਦੇ ਦੁਆਰਾ BIS ਦੁਆਰਾ ਕੀ ਕੀਤੀ ਗਈ ਹੈ? ਪ੍ਰਮਾਣਿਤ ਕੀਤੀ ਗਈ ਹੈ। ਠੀਕ ਹੈ, ਇਹ ਕਿਹੜੀ ਕੰਪਨੀ ਹੈ? ਇਹ ਹੈਗੀ ਆਪਣੀ ਤਾਮਿਲਨਾਡੂ ਪੈਟਰੋ ਪ੍ਰੋਡਕਟ। ਠੀਕ ਹੈ, ਵੈਰੀ ਇੰਪੋਰਟੈਂਟ ਹੈ ਇਹ ਵੀ। ਰੀਸੈਂਟਲੀ ਇਨ ਵਿਚ ਸਟੇਟ ਇੰਡੀਅਨ ਰੇਲਵੇ ਹੈਜ਼ ਕਮਿਸ਼ਨਡ ਫਸਟ ਗਤੀ ਸ਼ਕਤੀ ਕਾਰਗੋ ਟਰਮੀਨਲ। ਠੀਕ ਹੈ, ਕੀ ਕਹਿ ਰਹੇ ਨੇ ਇਹ? ਕਹਿੰਦੇ ਭਾਰਤੀ ਰੇਲਵੇ ਨੇ ਕਿਸ ਰਾਜ ਦੇ ਵਿੱਚ ਪਹਿਲਾਂ ਆਪਣਾ ਗਤੀ ਸ਼ਕਤੀ ਕਾਰਗੋ ਟਰਮੀਨਲ ਸ਼ੁਰੂ ਕੀਤਾ ਗਾ? ਦੱਸੋ ਜੀ ਕਿੱਥੇ ਸ਼ੁਰੂ ਕੀਤਾ? ਇਹ ਸ਼ੁਰੂ ਕੀਤਾ ਇਹਨਾਂ ਨੇ ਝਾਰਖੰਡ ਦੇ ਵਿੱਚ। ਰੀਸੈਂਟਲੀ ਇੰਡੀਆ ਨੇ ਆਪਦਾ ਫਸਟ GI ਟੈਗ, ਇੰਡੀਆ ਦੇ ਆਪਣੀ ਪਹਿਲੀ GI ਟੈਗ ਦਾ ਮਤਲਬ ਨਾ ਜਿਓਗ੍ਰਾਫੀਕਲ ਇੰਡੀਕੇਟ, ਪਰ ਜਿਹੜੀ ਚੀਜ਼ ਆਪਣੀ ਬਾਹਲੀ ਮਸ਼ਹੂਰ ਹੈ ਉਹਨੂੰ ਇੱਕ GI ਟੈਗ ਦਿੱਤਾ ਜਾਂਦਾ ਕਿ ਇੱਕ ਕਿਹਾ ਜਾਂਦਾ ਕਿ ਇਹ ਚੀਜ਼ ਸਾਡੇ ਇੰਡੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਠੀਕ ਹੈ ਜੀ, ਕਹਿੰਦੇ ਰੀਸੈਂਟਲੀ ਇੰਡੀਆ ਦੀ ਫਸਟ ਐਵਰ GI ਟੈਗ ਕਿਹੜੀ ਹੈ? ਕਸ਼ਮੀਰੀ ਕਾਰਪੈਟ, ਜਿਹਨੂੰ ਆਪਾਂ ਕਾਲੀਨ ਕਹਿ ਦਿੰਦੇ, ਕਸ਼ਮੀਰ ਦਾ ਬਣਿਆ ਹੋਇਆ। ਹੈਜ਼ ਬੀਨ ਫਲੈਗਡ ਆਫ ਵਿਚ ਕੰਟਰੀ, ਭਾਰਤ ਦੇ ਪਹਿਲੇ GI ਟੈਗ ਵਾਲੇ ਕਸ਼ਮੀਰੀ ਕਲੀਨ ਨੂੰ ਕਿਸ ਦੇਸ਼ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ? ਕਿਹਨੇ ਰਵਾਨਾ ਕੀਤਾ ਬੱਚਿਓ? ਇਹ ਕੀਤਾ ਜਰਮਨੀ ਨੇ। ਵੈਰੀ ਇੰਪੋਰਟੈਂਟ ਆਪਰੇਸ਼ਨ ਹੈ, ਜਰਮਨੀ ਨੇ ਕੀਤਾ ਬੱਚਿਓ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆ ਅਗਲੇ 'ਤੇ। ਰੀਸੈਂਟਲੀ ਔਨ ਵਿਚ ਡੇਟ ਵਰਲਡ ਪ੍ਰੋਟੈਕਟ ਡੇ ਹੈਜ਼ ਬੀਨ ਓਬਜ਼ਰਵ। ਇਹ ਕਿਹੜਾ ਦਿਨ ਹੁੰਦਾ ਬੱਚਿਓ? ਕਿਹੜਾ ਦਿਨ ਹੁੰਦਾ ਹੈ? ਵੈਰੀ ਇੰਪੋਰਟੈਂਟ ਡੇ ਹੈ ਇਹ। ਉਹ ਹੁੰਦਾ ਗਾ ਜਦੋਂ ਮਤਲਬ ਕਿਸੇ ਦਾ ਮਤਲਬ
ਜਿਹੜੇ ਬੰਦੇ ਬਾਹਲੇ ਅਮੀਰ ਹੈ ਉਹ ਕਿਸੇ ਦੀ ਹੈਲਪ ਕਰਦੇ ਹੈ। ਠੀਕ ਹੈ, ਉਹ ਚੀਜ਼ ਨੂੰ ਉਹ ਦਿਨ ਨੂੰ ਮਨਾਇਆ ਜਾਂਦਾ ਹੈਗਾ। ਠੀਕ ਹੈ, ਜਿਹੜਾ ਕਿਸੇ ਦਿਨ ਮਨਾਇਆ ਜਾਂਦਾ 13 ਮਾਰਚ ਨੂੰ ਮਨਾਇਆ ਜਾਂਦਾ। ਇਹਦਾ ਥੀਮ ਕੀ ਹੈ ਬੱਚਿਓ? ਰੋਟਰੀ ਮੇਕਿੰਗ ਏ ਡਿਫਰੈਂਸ। ਰੋਟਰੀ ਮੇਕਿੰਗ ਏ ਡਿਫਰੈਂਸ ਇਹਦਾ ਥੀਮ ਹੈ। ਇਨ ਵਿਚ ਸਿਟੀ ਇੰਡੀਆ ਫਸਟ ਮੈਡੀਕਲ ਸਿਟੀ ਇੰਦਰਾਯਾਨੀ ਮੈਡੀਸਿਟੀ ਵਿਲ ਸੈਟਅਪ। ਕਹਿੰਦੇ ਇਨ ਵਿਚ ਸਿਟੀ, ਕਿਹੜੀ ਸਿਟੀ ਦੇ ਵਿੱਚ ਇੰਡੀਆ ਦੇ ਵਿੱਚ ਪਹਿਲਾ ਮੈਡੀਕਲ ਸਿਟੀ ਖੋਲ੍ਹਿਆ ਜਾ ਰਿਹਾ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਬੱਚਿਓ। ਭਾਰਤ ਦਾ ਪਹਿਲਾ ਮੈਡੀਕਲ ਸਿਟੀ ਕਿਹੜੀ? ਇੰਦਰਾ ਜਾਨੀ ਮੈਡੀਸਿਟੀ ਕਿਸ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ? ਇੰਡੀਆ ਦੀ ਪਹਿਲੀ ਮੈਡੀਕਲ ਸਿਟੀ ਕੀ ਨਾਮ ਆ ਉਹਦਾ? ਇੰਦਰਾ ਜਾਨੀ ਮੈਡੀਸਿਟੀ। ਕਿਹੜੇ ਕਿਹੜੇ ਮਤਲਬ ਆਪਣੇ ਸ਼ਹਿਰ ਦੇ ਵਿੱਚ ਕੀਤੀ ਜਾ ਰਹੀ ਹੈ? ਪੂਨੇ ਦੇ ਵਿੱਚ ਕੀਤੀ ਜਾ ਰਹੀ ਹੈ। ਰੀਸੈਂਟਲੀ ਹੂ ਐਡਰੈਸਡ 37ਵਾਂ ਫਾਊਂਡੇਸ਼ਨ ਡੇ ਸੈਲੀਬ੍ਰੇਸ਼ਨ ਆਫ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ 37ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਕਿਸ ਨੇ ਸਨਮਾਨਿਤ ਕੀਤਾ? ਦੇਖੋ ਬੱਚੋ, ਜਿਹੜੀ ਇਹ ਬਿਊਰੋ ਆਪਣੀ, ਠੀਕ ਹੈ ਜੀ, 37ਵਾਂ ਫਾਊਂਡੇਸ਼ਨ ਡੇ ਹੋਇਆ, 37ਵਾਂ ਨੀਂਹ ਪੱਥਰ ਰੱਖਿਆ ਗਿਆ, ਮਤਲਬ 37ਵਾਂ ਵਰ੍ਹੇਗੰਢ ਮਨਾਈ ਇੱਕ ਤਰ੍ਹਾਂ ਨਾਲ ਸਮਝ ਲਓ। ਸੈਲੀਬ੍ਰੇਸ਼ਨ ਕੀਤੀ ਗਈ ਹੈ। ਕਿਹਦਾ ਦਿਨ ਹੈ ਇਹ? ਹੈਗਾ NCRB ਦਾ ਦਿਨ। ਕਿਹੜਾ? ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ। ਇਹਨੂੰ ਕਿਹਨੇ ਸਨਮਾਨਿਤ ਕੀਤਾ ਬੱਚੋ? ਕਿਹਨੇ ਸਨਮਾਨਿਤ ਕੀਤਾ? ਇਹ ਕੀਤਾ ਆਪਣੇ ਅਮਿਤ ਸ਼ਾਹ ਨੇ। ਠੀਕ ਹੈ ਜੀ, ਅਮਿਤ ਸ਼ਾਹ ਨੇ ਕੀਤਾ। ਇਸ ਤੋਂ ਬਾਅਦ ਚੱਲਦੇ ਆ ਅਗਲੇ ਪ੍ਰਸ਼ਨ 'ਤੇ ਆਪਾਂ। ਵਰਲਡ ਗਲੂਕੋਮਾ ਡੇ। ਠੀਕ ਹੈ ਬੱਚਿਓ, ਵਰਲਡ ਗਲੂਕੋਮਾ ਡੇ। ਇਹ ਦਿਨ ਬੱਚੋ ਕਾਹਦੇ ਵਾਸਤੇ ਬਣਾਇਆ ਜਾਂਦਾ? ਗਲੂਕੋਮਾ ਹੁੰਦਾ ਗਾ ਅੱਖਾਂ ਦੀ ਬਿਮਾਰੀ ਹੁੰਦੀ ਹੈ, ਜਿਹਦੇ ਕਰਕੇ ਬੰਦੇ ਦੀ ਆਟੋਮੈਟਿਕ ਨਿਗਾਹ ਘਟਣ ਲੱਗ ਜਾਂਦੀ ਹੈ। ਠੀਕ ਹੈ, ਉਹ ਦਿਨ ਵਾਸਤੇ ਇਹ ਦਿਨ ਮਨਾਇਆ ਜਾਂਦਾ ਗਾ, ਵਰਲਡ ਗਲੂਕੋਮਾ ਡੇ। ਇਹ ਮਨਾਇਆ ਜਾਂਦਾ ਬੱਚਿਓ 12 ਮਾਰਚ ਨੂੰ। ਇਹਦਾ ਥੀਮ ਕੀ ਹੈ? ਥੀਮ ਹੈਗਾ ਬੱਚਿਓ ਇਹਦਾ ਦਾ ਵਰਡ ਇਜ਼ ਬਰਾਈਟ, ਸੇਵ ਯੂਅਰ ਸਾਈਟ। ਠੀਕ ਹੈ ਜੀ, ਥੱਲੇ ਵੀ ਲਿਖਿਆ ਵੀ ਪਿਆ ਹੋਊਗਾ। ਆਪ ਥੀਮ ਦਾ ਵਰਡ ਇਜ਼ ਬਰਾਈਟ, ਸੇਵ ਯੂਅਰ ਸਾਈਟ। ਥੀਮ ਵੀ ਯਾਦ ਕਰਨੇ ਹੈ, ਥੀਮ ਵੀ ਪੁੱਛੇ ਜਾ ਸਕਦੇ ਹੁੰਦੇ ਆ। ਠੀਕ ਹੈ ਬੱਚਿਓ, 6 ਤੋਂ 12 ਮਾਰਚ ਤੱਕ ਮਨਾਇਆ ਗਿਆ ਹੈਗਾ ਇਹ ਭਾਵੇਂ ਨਾ ਯਾਦ ਕਰਿਓ। ਰੀਸੈਂਟਲੀ ਵਿਚ ਕੰਟਰੀ ਸਪੇਸ ਏਜੰਸੀ, ਕਹਿੰਦੇ ਹੁਣੇ ਹੀ ਕਿਹੜੀ ਕੰਟਰੀ ਦੀ ਸਪੇਸ ਏਜੰਸੀ ਨੇ ਲਾਂਚ ਕੀਤਾ ਬੱਚਿਓ? ਕੀ ਲਾਂਚ ਕੀਤਾ? ਵਨ ਆਫ ਏ ਕਾਈਂਡ ਮਿਸ਼ਨ ਵਿਜ਼ਲ। ਆ ਵਿਜ਼ਲ ਹੈ ਜਿਹੜਾ, ਇਹ ਮਿਸ਼ਨ ਲਾਂਚ ਕੀਤਾ ਕਿਹੜੀ ਕੰਟਰੀ ਸਪੇਸ ਏਜੰਸੀ ਨੇ ਕੀਤਾ? ਇਹ ਦੱਸੋ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਇਹ। ਵੈਸੇ ਤਾਂ ਮੈਨੂੰ ਪਤਾ ਨਹੀਂ, ਵੈਸੇ ਤਾਂ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਨਾ ਪਤਾ ਹੋਵੇ, ਹਰੇਕ ਬੱਚੇ ਨੂੰ ਪਤਾ ਹੀ ਹੋਊਗਾ ਇਹਦੇ ਬਾਰੇ। ਤਾਂ ਇਹਦਾ ਆਨਸਰ ਹੈਗਾ ਆਪਣਾ A ਨੰਬਰ ਆਪਸ਼ਨ, ਯੂਰਪ। ਠੀਕ ਹੈ ਬੱਚੋ, ਇਹਦਾ ਆਨਸਰ ਹੈਗਾ ਯੂਰਪ। ਰੀਸੈਂਟਲੀ ਵਿਚ ਸਟੇਟ ਹੈਜ਼ ਟੋਪਡ ਇਨ ਫੁੱਲ ਇਮੂਨਾਈਜੇਸ਼ਨ ਇਨ ਇੰਡੀਆ ਅੰਡਰ ਮਿਸ਼ਨ ਇੰਦਰਧਨੁਸ਼। ਕਹਿੰਦੇ ਮਿਸ਼ਨ ਇੰਦਰਧਨੁਸ਼ ਦੇ ਅੰਦਰ ਭਾਰਤ ਦੇ ਵਿੱਚ ਪੂਰਨ ਰੂਪ ਵਿੱਚ ਕਿਸ ਸਟੇਟ ਵਿੱਚ ਟੀਕਾਕਰਨ ਹੋ ਗਿਆ? ਤਾਂ ਇਹ ਹੋਇਆ ਬੱਚੇ ਆਪਣਾ ਗੋਆ ਦੇ ਵਿੱਚ। ਠੀਕ ਹੈ, ਟੋਪ ਇਮੂਨਾਈਜੇਸ਼ਨ ਇਨ ਇੰਡੀਆ ਅੰਡਰ ਮਿਸ਼ਨ ਇੰਦਰਧਨੁਸ਼ ਦੇ ਅੰਦਰ ਕਿਹੜੀ ਸਿਟੀ ਆਪਣੀ, ਜਾਂ ਕਿਹੜਾ ਆਪਣਾ ਉਹ ਸਟੇਟ ਹੈ ਜਿਹੜੀ ਟੋਪ 'ਤੇ ਗਈ ਹੈ? ਗੋਆ ਸਟੇਟ। ਠੀਕ ਹੈ ਬੱਚੋ, ਇਹ ਨਾਲ ਆਪਣੇ ਕਰੰਟ ਅਫੇਅਰ 35 ਤੋਂ 35 ਕੰਪਲੀਟ ਹੋ ਗਏ। ਇਹ ਕਰੰਟ ਅਫੇਅਰ ਆਪਣੇ ਹੈਗੇ ਆ ਬੱਚਿਓ 13, 14, 15 3 ਦਿਨਾਂ ਦੇ ਇਕੱਠੇ ਹੈ। ਠੀਕ ਹੈ, 35 ਹੈ ਇੱਕ ਦਿਨ ਦੇ 12 ਕਰੰਟ ਅਫੇਅਰ ਬਣਦੇ ਆ। ਠੀਕ ਹੈ, ਅਤੇ ਜੇ ਆਪਾਂ ਇੱਕ ਦਿਨ ਦੇ 10 ਵੀ ਲਾ ਕੇ ਚੱਲੀਏ ਤਾਂ 300 ਪ੍ਰਸ਼ਨ ਬਣਦਾ। 300 ਵੀ ਨਹੀਂ, 300 ਤੋਂ ਵੀ ਘੱਟ ਹੀ ਬਣਾਵਾਂਗੇ ਆਪਾਂ, ਘੱਟੋ ਘੱਟ 200 ਹੀ ਬਣਾ ਕੇ ਚੱਲਾਂਗੇ। ਠੀਕ ਹੈ, ਕਿਉਂਕਿ 200 ਉਨੇ ਕੀ ਕਰਾਂਗੇ ਜਿੰਨੇ ਕੁ ਆਪਣੇ ਯਾਦ ਰਹਿ ਜਾਣ। ਠੀਕ ਹੈ ਬੱਚੇ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ।